नंबर संबंधी इश्तिहार लगवाउण लई संपर्क करो साडे नंबर 2013124180 ते साडी ईमेल आईडी preetnamausa@gmail.com। ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ। ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸੈਨਾ ਬਾਲ ਠਾਕਰੇ ਦੇ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਦਾ ਪੁਤਲਾ ਫੂਕਣ ਦੀ ਕੀਤੀ ਗਈ ਸੀ ਤਿਆਰੀ, ਪਰ ਜਿਸ ਤਰ੍ਹਾਂ ਹੀ ਪੁਲਿਸ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੂੰ ਪੁਤਲਾ ਫੂਕਣ ਤੋਂ ਰੋਕਿਆ ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿੱਚ ਪੰਜਾਬੀ ਮੰਚ ਤੇ ਉਹਨਾਂ ਦੀ ਬੇਟੀ ਸੁਰਪ੍ਰੀਤ ਵੱਲੋਂ ਮੋਰਚਾ ਖੋਲ੍ਹਦਿਆਂ ਪਿਤਾ ਬਲਵਿੰਦਰ ਸੇਖੋਂ ਤੇ ਪੰਜਾਬ ਸਰਕਾਰ ਵੱਲੋਂ ਨਜਾਇਜ਼ ਧੱਕਾ ਕਰਨ ਦੇ ਦੋਸ਼ ਲਾਏ ਨੇ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਲਗਾਤਾਰ ਜੇਲ੍ਹ ਅੰਦਰੋਂ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਗੁਰਦਾਸਪੁਰ 'ਚ ਡੇਰਾ ਬਾਬਾ ਨਾਨਕ, ਜਿੱਥੇ ਕਿ ਖਡਿਆਲਾ ਸੈਣੀਆਂ ਹੁਸ਼ਿਆਰਪੁਰ ਤੋਂ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਚੋਲਾ ਸਾਹਿਬ ਦਰਸ਼ਨਾਂ ਲਈ 1 ਮਾਰਚ ਨੂੰ ਪੈਦਲ ਚੱਲ ਕੇ ਸੰਗ ਆਉਂਦਾ ਹੈ, ਜੋ ਕਿ ਵੱਖ-ਵੱਖ ਪਿੰਡਾਂ 'ਚੋਂ ਹੁੰਦਾ ਹੋਇਆ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਸਮਰਥਨ ਵਿੱਚ ਯੂਥ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ ਸੰਬੰਧੀ ਪੋਸਟਰ ਪਾੜੇ ਜਾਣ ਦੇ ਖਿਲਾਫ ਪਾਰਟੀ ਆਗੂਆਂ ਵੱਲੋਂ ਚੰਡੀਗੜ੍ਹ ਰੋਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਜੋ ਇਹਨੇ ਜਨਾਲੇ 'ਚ ਘਟਨਾ ਕੀਤੀ ਹੈ, ਜੋ ਇਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਥਾਣੇ ਤੇ ਕਬਜ਼ਾ ਕੀਤਾ, ਇਹ ਬਿਹਾਰ ਹੀ ਬਣਾ ਦਿੱਤਾ ਗਿਆ ਵਾ। ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਦਾ ਪੁਤਲਾ ਫੂਕਣ ਦੀ ਕੀਤੀ ਗਈ ਸੀ ਤਿਆਰੀ, ਪਰ ਜਿਸ ਤਰ੍ਹਾਂ ਹੀ ਪੁਲਿਸ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੂੰ ਪੁਤਲਾ ਫੂਕਣ ਤੋਂ ਰੋਕਿਆ ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਤੇ ਰੋਕ ਦਿੱਤਾ ਗਿਆ ਤੇ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ ਨੇ। ਹਾਂਜੀ, ਫੂਕਾਂਗੇ ਪੁਤਲਾ ਵੀ। ਨਹੀਂ, ਉਹਨਾਂ ਨੇ ਫੂਕਣ ਤੋਂ ਰੋਕ ਡੱਕਿਆ ਨਹੀਂ, ਉਹਨਾਂ ਨੇ ਕਿਹਾ ਵੀ ਇੱਥੇ ਬੰਦੀ ਕਾਰਵਾਈ ਡੇ ਕਰਨ ਤੇ ਵੇਟ ਕਰੋ ਇਨਕੁਆਇਰੀ ਦੀ। ਹੁਣ ਵੀਰੇ ਜਿਹੜਾ ਪੁਤਲਾ ਬਣਾ ਕੇ ਲਿਆ ਕੀ ਕਰਨਾ ਇਹਦਾ? ਇਹ ਜੇ ਨਾ ਕੋਈ ਕਰੋਗੇ ਫੇਰ ਆ ਜਾਾਂਗੇ ਇੱਥੇ। ਜਿਹੜੇ ਸਿਆਸਤਾਂ ਵਾਲੇ ਪੰਜਾਬ ਵਿੱਚ ਕੋਈ ਨਾ ਕੋਈ ਆਏ ਦਿਨ ਕਦੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਬਾਰੇ ਤੇ ਕਦੀ ਇਹ ਖਾਸਤਾਨ ਬਾਰੇ ਤੇ ਕਦੀ ਇਹ ਆਪਣੀ ਸਿਕਿਉਰਿਟੀ ਵਧਾਉਣ ਵਾਸਤੇ ਕੋਈ ਨਾ ਕੋਈ ਬਿਆਨ ਸਿੱਖਾਂ ਦੇ ਪ੍ਰਤੀ ਦਾਗਦੇ ਰਹਿੰਦੇ ਆ। ਇਹ ਬਰਦਾਸ਼ਤ ਕਰਨ ਤੋਂ ਬਾਹਰੀ ਆ। ਪੰਜਾਬ ਸਰਕਾਰ ਨੂੰ ਇਹਨਾਂ ਤੇ ਸਕੰਜਾ ਕਰ ਦੇਣਾ ਚਾਹੀਦਾ। ਅਸੀਂ ਕਿਸੇ ਹਿੰਦੂਆਂ ਦੇ ਨਾਲ ਸਾਡਾ ਕੋਈ ਵੈਰ ਨਹੀਂ, ਅਸੀਂ ਹਿੰਦੂ ਭਾਈਚਾਰੇ ਯਾਨੀ ਕਿ ਰਲ ਕੇ ਸਾਰਾ ਪੰਜਾਬ ਵਿੱਚ ਕੰਮ ਕਰ ਰਹੇ ਆ। ਤੇ ਇਹ ਜਿਹੜੇ ਕੁਝ ਕੁ ਬੰਦੇ ਸ਼ਰਾਰਤਾਂ ਕਰ ਰਹੇ ਨੇ ਤੇ ਉਹ ਪੰਜਾਬ 'ਚ ਲਾਂਬੂ ਲਾ ਰਹੇ ਨੇ, ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕੋਈ ਪੁਤਲਾ ਸਾੜ ਕੇ ਵੇਖੇ ਤਾਂ ਅਸੀਂ ਪੁਤਲੇ ਨਹੀਂ ਸਾੜਨ ਦੇਵਾਂਗੇ। ਇਹਨਾਂ ਨੇ ਬੜਾ ਚਿਰ ਪਹਿਲਾਂ ਜਿਹੜੀਆਂ ਪਹਿਲਾਂ ਸਰਕਾਰਾਂ ਦੇ ਸ਼ਹਿਰ ਦੇ ਨਾਲ ਪੁਤਲੇ ਸਾੜੇ ਨੇ, ਹੁਣ ਨਹੀਂ ਅਸੀਂ ਸਾੜਨ ਦੇਵਾਂਗੇ। ਲੱਗਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਈ। ਹਾਂਜੀ ਜੀ, ਪੂਰਾ ਖਰਾਬ ਕਰਨ ਦਾ ਪੂਰੇ ਦਹਿ ਦੰਗੇ ਕਰਾਉਣ ਤੱਕ ਜਾ ਰਹੇ ਆ। ਭਾਈ ਸਾਹਿਬ, ਤੁਸੀਂ ਫਿਰ ਇਸ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੋ, ਜਿਹੜਾ ਜਨਾਲੇ ਦੇ ਵਿੱਚ ਜੋ ਵਾਕਿਆ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਆੜ ਬਣਾ ਕੇ ਲਿਆ ਗਿਆ, ਤੁਸੀਂ ਹੱਕ ਵਿੱਚ ਹੋ? ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆੜ ਵਾ, ਸਾਰਾ ਜਦੋਂ ਤੁਸੀਂ ਆਨੰਦ ਕਾਰਜ ਕਰਾਏ ਹੋਣਗੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਨੇ ਵੋਟ ਆਸਰਾ ਲਿਆ ਹੋਊਗਾ। ਜਿਹੜੇ ਸਿੱਖ ਭਰਾ ਵੇਖੋ, ਜਦੋਂ ਇਹ ਕਾਰਨ ਕਿਉਂ ਕਰਨਾ ਪੈ ਗਿਆ, ਕਿਉਂਕਿ ਪ੍ਰਸ਼ਾਸਨ ਇਸ ਵੇਲੇ ਬਹੁਤ ਵਧੀਆ ਚੱਲ ਰਿਹਾ ਹੈ। ਜੇਕਰ ਕਿਤੇ ਸਰਕਾਰ ਹੋਰ ਕਿਸੇ ਦੀ ਹੁੰਦੀ ਆ ਤੇ ਜਿਹੜੇ ਨਾਲ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਪੁਲਿਸ ਨੇ ਚੁੱਕ ਕੇ ਅਰੈਸਟ ਕਰਕੇ ਜੇਲ੍ਹਾਂ 'ਚ ਭੇਜ ਦੇਣਾ ਸੀ। ਪੁਲਿਸ ਦੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਜੀ। ਪੁਲਿਸ ਵੀ ਕਾਨੂੰਨ ਦਾ ਇੱਕ ਪਹਿਲੂ ਆ। ਇਹਨਾਂ ਨੇ ਸਾਰੀ ਸੇਫਟੀ ਰੱਖਣੀ ਆ ਪੁਲਿਸ ਨੇ। ਅਸੀਂ ਪੁਲਿਸ ਦੇ ਨਾਲ ਜੇਕਰ ਕਾਨੂੰਨ ਨੂੰ ਹੱਥ ਲਵਾਂਗੇ ਤੇ ਸਾਡੇ ਤੇ ਫਿਰ ਕੋਈ ਨਾ ਕੋਈ ਐਫਆਈਆਰ ਦਰਜ ਹੋਊਗੀ ਆ। ਇਸ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜੇ ਸਾਥ ਦਿੰਦੀ, ਸਾਥ ਲੈ ਕੇ ਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ। ਜਿਹੜਾ ਪ੍ਰਸ਼ਾਸਨ ਦੇ ਨਾਲ ਕੋਈ ਵੀ ਵਧੀਕੀ ਕਰਦਾ ਤੇ ਪ੍ਰਸ਼ਾਸਨ ਨੂੰ ਹੁਣ ਵਰਦੀ ਦਿੱਤੀ ਹੈ। ਅਸੀਂ ਸਾਨੂੰ ਪਤਾ ਲੱਗਾ ਕਿ ਇੱਥੇ ਪੁਤਲਾ ਸਾੜਿਆ ਜਾ ਰਿਹਾ ਵਾ, ਅਸੀਂ ਤੁਰੰਤ ਤਾਂ ਕਰਕੇ ਇੱਥੇ ਆਏ ਆ। ਕੀ ਦੇਖਿਆ ਆਣ ਕੇ ਵੇਖਿਆ ਕਿ ਪੁਲਿਸ ਨੇ ਉਹਨਾਂ ਬੰਦਿਆਂ ਨੂੰ ਜਿਹੜਾ ਫੜ ਕੇ ਤੇ ਸੇਵ ਕੇ ਕੋਈ ਪੰਜਾਬ ਵਿੱਚ ਭੜਕਾਊ ਬਿਆਨ ਨਾ ਦਿੱਤਾ ਜਾਵੇ ਤੇ ਨਾ ਉਹ ਜਿਹਾ ਕੰਮ ਕੀਤਾ ਜਾਵੇ, ਕਿਸੇ ਦੇ ਪੁਤਲੇ ਨਾ ਸਾੜੇ ਜਾਣ। ਪੁਲਿਸ ਨੇ ਬਹੁਤ ਵਧੀਆ ਕੀਤਾ, ਅਸੀਂ ਪੁਲਿਸ ਦਾ ਧੰਨਵਾਦ ਕਰਦੇ ਹਾਂ। ਧੰਨਵਾਦ।
ਭਾਸਕਰ ਸ਼ਿਵ ਸੈਨਾ ਉद्धਵ ਬਾਲਾ ਸਾਹਿਬ ਠਾਕਰੇ। ਮੇਰੇ ਨਾਲ ਪੰਜਾਬ ਦੇ ਸੰਗਠਨ ਮੰਤਰੀ ਵਿਕਰਮ ਗਿੱਲ, ਜ਼ਿਲ੍ਹਾ ਪ੍ਰਧਾਨ ਆਪਣੇ ਸੁਨੀਲ ਕੁਮਾਰ ਜੀ, ਉਪ ਪ੍ਰਧਾਨ ਆਪਣੀ ਸਾਰੀ ਟੀਮ ਸ਼ਿਵ ਸੈਨਾ ਦੀ। ਅੱਜ ਪ੍ਰੋਗਰਾਮ ਇਸ ਤਰ੍ਹਾਂ ਸੀ ਕਿ ਤੁਸੀਂ ਦੇਖਿਆ ਕਿ ਪਿਛਲੇ ਦਿਨੋਂ ਅਜਨਾਲਾ ਘਟਨਾ ਨੂੰ ਲੈ ਕੇ, ਅਜਨਾਲਾ ਘਟਨਾ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤ ਕੰਮ ਹੋਇਆ। ਮਤਲਬ ਵੈਸੇ ਤੇ ਜਦੋਂ ਦਾ ਪੰਜਾਬ ਦਾ ਐਡਾ ਮਾਹੌਲ ਖਰਾਬ ਹੋ ਰਿਹਾ, ਕਿਤੇ ਕਿਤੇ ਲੁੱਟ ਘਸੁੱਟ, ਚੈਨੀਆਂ, ਚੋਰੀਆਂ, ਖੋਹਾਂ, ਠੀਕ ਹੈ ਜੀ। ਆ ਇੱਕ ਅੰਮ੍ਰਿਤਪਾਲ ਨਾਂ ਦਾ ਸ਼ਖਸ ਜਿਹੜਾ ਰਾਤੋਂ ਰਾਤ ਪੈਦਾ ਹੋ ਗਿਆ, ਠੀਕ ਹੈ, ਉਹ ਬੰਦਾ, ਉਹਦੇ ਕਿਸੇ ਬੰਦੇ ਦੇ 295 ਦਾ ਪਰਚਾ ਕੀ ਹੋਇਆ ਤੇ ਆਪਾਂ ਕੀ ਕਰ ਬੈਠੇ। ਦੇਖੋ ਨਿਆਂ ਲੈਣ ਦਾ ਤਰੀਕਾ ਨਹੀਂ ਆ। ਨਿਆਂ ਲੈਣ ਦਾ ਤਰੀਕਾ ਜਦੋਂ ਆਪਾਂ ਇਨਕੁਆਇਰੀ ਲਗਾਉਂਦੇ ਆ, ਇਨਕੁਆਇਰੀ 'ਚ ਜੇ ਬੰਦਾ ਸਾਡਾ ਸਹੀ ਹੈ ਤਾਂ ਬਾਹਰ ਨਿਕਲ ਆਉਂਦਾ। ਆਪਾਂ ਹਜ਼ਾਰਾਂ ਸਮਰਥਕ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ, ਪਰਮਾਤਮਾ ਤੋਂ ਉੱਪਰ ਕੋਈ ਚੀਜ਼ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ 'ਤੇ ਪਹੁੰਚਦੇ ਹਾਂ। ਇਹ ਮਤਲਬ ਬਹੁਤ ਹੀ ਜ਼ਿਆਦਾ ਨਿੰਦਾਯੋਗ ਘਟਨਾ ਤਾਂ ਕਿ ਭਾਸਕਰ ਸਾਹਿਬ ਉਸ ਘਟਨਾ ਨੂੰ ਲੈ ਕੇ ਸਾਡੀ ਸਰਕਾਰ, ਸਾਡਾ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਪੂਰੀ ਤਰ੍ਹਾਂ ਸੁਚੇਤ ਨੇ ਔਰ ਬਹੁਤ ਜਲਦ ਉਹਨਾਂ ਦਾ ਨਿਰਣੇ ਲਿੱਤਾ ਜਾਏਗਾ। ਉਹਨਾਂ ਦੇ ਵਿਸ਼ਵਾਸਨ ਤੋਂ ਬਾਅਦ ਅਸੀਂ ਅੱਜ ਦਾ ਪ੍ਰੋਟੈਸਟ ਜਿਹੜਾ ਸਥਗਿਤ ਕਰਦਾ ਗਿਆ, ਇਹਨੂੰ ਖਤਮ ਨਾ ਸਮਝੋ, ਸਥਗਿਤ ਕਰਦਾ ਗਿਆ ਕਿ ਸਾਨੂੰ ਉਹਨਾਂ ਨੇ ਸਾਨੂੰ ਅੱਜ 7 ਦਿਨ ਦਾ ਟਾਈਮ ਪ੍ਰਸ਼ਾਸਨ ਮੰਗਿਆ ਸਾਡੇ ਕੋਲ, ਸਰਕਾਰ ਨੇ ਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਨੇ, ਕਿ 7 ਦਿਨ ਦੇ ਵਿੱਚ ਅਸੀਂ ਉਹਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰਾਂਗੇ। ਉਸੇ ਸਮਝ 'ਚ ਅਸੀਂ ਅੱਜ ਉਸ ਆਪਣੀ ਇਸ ਪ੍ਰੋਟੈਸਟ ਨੂੰ ਰੋਕਤਾ। ਹੁਣ ਪੁਲਿਸ ਤੋਂ ਡਰ ਕੇ ਰੋਕਤਾ? ਨਾ 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 ਪੁਲਿਸ ਨਾ 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 ਦੇਖੋ, ਜੇ ਪੁਲਿਸ ਦਾ ਡਰ ਹੁੰਦਾ ਤੇ ਅਸੀਂ ਅੱਜ ਇਹ ਕੰਮ ਹੀ ਨਾ ਕਰਦੇ। ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਸ਼ਿਵ ਸੈਨਾ ਇੱਕ ਇੱਕਮਾਤਰ ਐਸਾ ਸੰਗਠਨ ਹੈ ਜਿਵੇਂ ਪੰਜਾਬ ਦੇ ਵਿਕਾਸ ਤੇ ਅਮਨ ਸ਼ਾਂਤੀ ਦੀ ਗੱਲ ਕੀਤੀ ਹੈ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ 1984 ਵਾਲਾ ਦੁਬਾਰਾ ਦੌਰ ਨਾ ਪੈਦਾ ਹੋਵੇ, ਚਾਹੇ ਉਹਦਾ ਕਾਰਨ ਅਸੀਂ ਵੀ ਨਾ ਬਣੀਏ। ਅਸੀਂ ਕਿਸੇ ਨਾ ਕਿਸੇ ਚੀਜ਼ ਦਾ ਕਾਰਨ ਨਹੀਂ ਬਣਨਾ ਚਾਹੁੰਦੇ, ਲੇਕਿਨ ਅਸੀਂ ਹਮੇਸ਼ਾ ਪ੍ਰਸ਼ਾਸਨ ਤੇ ਸ਼ਾਂਤੀ ਨਾਲ ਮਿਲ ਕੇ ਚੱਲਣਾ ਚਾਹੀਦੀ ਹੈ। ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸਨ ਦਿਲਾਇਆ ਕਿ 7 ਦਿਨ ਦੀ ਵੇਟ ਕਰ ਲਓ। 7 ਦਿਨਾਂ ਬਾਅਦ ਚਾਹੇ ਤੁਸੀਂ ਪੁਤਲਾ ਫੂਕ ਲਓ, ਚਾਹੇ ਤੁਸੀਂ ਪ੍ਰੋਟੈਸਟ ਕਰ ਲਓ, ਚਾਹੇ ਤੁਸੀਂ, ਅਸੀਂ ਤੁਹਾਨੂੰ ਰੋਕਾਂਗੇ ਨਹੀਂ, ਲੇਕਿਨ 7 ਦਿਨ ਵਾਸਤੇ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਨਾਲ ਚੱਲਣਾ ਪਏਗਾ। ਅਸੀਂ ਸਾਨੂੰ ਵਿਸ਼ਵਾਸ ਦਿਲਾਇਆ ਤੇ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਸਮਝੌਤਾ ਹੋਇਆ ਕਿ ਡਰੇ? ਲਾਅ ਐਂਡ ਆਰਡਰ ਸਮਝੌਤਾ ਹੋਇਆ। ਬਾਲਾ ਸਾਹਿਬ ਠਾਕਰੇ ਦਾ ਸਿਪਾਹੀ ਜਿਸ ਦਿਨ ਡਰ ਗਿਆ, ਉਹ ਬਾਲਾ ਸਾਹਿਬ ਠਾਕਰੇ ਦਾ ਸਿਪਾਹੀ ਨਹੀਂ ਆ। ਭਾਸਕਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦਾ ਸਿਪਾਹੀ ਆ। ਇਹ ਰਹੇਗਾ, ਬਾਲਾ ਸਾਹਿਬ ਠਾਕਰੇ ਹੀ ਇੱਕ ਐਸਾ ਸ਼ਖਸ ਸੀ ਜਦੋਂ 1984 ਦਾ ਦੌਰ ਸੀ, ਪੰਜਾਬ ਦੇ ਕਤਲੇਆਮ ਹੋ ਰਹੇ ਸੀ। ਬਾਲਾ ਸਾਹਿਬ ਠਾਕਰੇ ਨੇ ਮਹਾਰਾਸ਼ਟਰ ਇੱਕ ਗੱਲ ਕਹੀ ਸੀ, ਅਗਰ ਮੇਰੇ ਕਿਸੇ ਸਿੱਖ ਪਰਿਵਾਰ ਨੂੰ ਆ ਜਾਈ ਤੇ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਐਸੇ ਕਰਕੇ ਅਸੀਂ ਬਾਲਾ ਸਾਹਿਬ ਠਾਕਰੇ ਸਿਪਾਹੀਆਂ। ਅਸੀਂ ਅੱਜ ਸਮਝੌਤਾ ਆਈ ਹੈ ਕਿ ਅੱਜ ਅਸੀਂ ਅੰਮ੍ਰਿਤਪਾਲ ਦੇ ਖਿਲਾਫ ਪ੍ਰੋਟੈਸਟ ਕਰਨਾ ਸੀ, ਠੀਕ ਹੈ। ਸਾਨੂੰ ਪ੍ਰਸ਼ਾਸਨ ਨੇ ਸ਼ਾਸਨ ਦਿਆ ਕਿ 7 ਦਿਨ ਦਾ ਟਾਈਮ ਲੈ ਲਓ। 7 ਦਿਨ ਦੇ ਵਿੱਚ ਜੇ ਅਸੀਂ ਕਾਰਵਾਈ ਨਹੀਂ ਕਰਾਂਗੇ ਉਹਦੇ ਖਿਲਾਫ ਤੇ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਅਸੀਂ ਰੋਕਾਂਗੇ ਨਹੀਂ। ਕੋਈ FIR ਦਰਜ ਨਹੀਂ ਕੀਤੀ ਜਾ ਰਹੀ ਸੀ। ਦੇਖੋ ਪੁਲਿਸ ਦਾ ਕੰਮ ਹੈਗਾ ਦਬਾਅ ਪਾਣਾ, ਲੇਕਿਨ ਮੈਂ ਪਹਿਲਾਂ ਕਹਿ ਰਿਹਾ ਮੈਂ ਬਾਲਾ ਸਾਹਿਬ ਠਾਕਰੇ ਸਿਪਾਹੀਆਂ, ਮੈਂ ਡਰਨ ਵਾਲਾ ਨਹੀਂ। ਹੁਣ ਜਿਹੜਾ ਪੁਤਲਾ ਬਣਾਇਆ ਇਹਨੂੰ ਕੀ ਕਰੋਗੇ? ਦੇਖੋ ਕੁਝ ਨਹੀਂ ਕਰਾਂਗੇ, 7 ਦਿਨ ਬਾਅਦ ਵੇਟ ਕਰਾਂਗੇ। 7 ਦਿਨ ਬਾਅਦ ਬਿਲਕੁਲ ਅਸੀਂ ਸਥਗਿਤ ਕੀਤਾ, ਅਸੀਂ ਪ੍ਰੋਗਰਾਮ ਸਥਗਿਤ ਕੀਤਾ, ਇਹ ਖਤਮ ਨਹੀਂ ਕੀਤਾ। ਇਸ ਕਰਕੇ ਇਹਦੀ 7 ਦਿਨ ਬਾਅਦ ਅਸੀਂ ਵੇਟ ਕਰਾਂਗੇ। ਜੇ ਪ੍ਰਸ਼ਾਸਨ ਆਪਣੇ ਇਰਾਦੇ ਦੇ ਸਾਡੇ ਨਾਲ ਖਰਾ ਨਾ ਉਤਰਿਆ ਤੇ ਸ਼ਿਵ ਸੈਨਾ ਉਹੀ ਕਰੇਗੀ ਜੋ ਅੱਜ ਕਰਨ ਜਾ ਰਹੀ ਸੀ। 7 ਦਿਨ ਬਾਅਦ ਅਸੀਂ ਇਹ ਕੰਮ ਕਰਾਂਗੇ। ਚੱਲੇ ਨਹੀਂ ਤੁਸੀਂ ਉਹਨੂੰ ਜ਼ਬਰਦਸਤੀ ਲੈ ਕੇ ਚੱਲਿਓ, ਇਹ ਕਿਹੜਾ ਕਾਨੂੰਨ ਹੈ? ਹਾਂ ਜੇ ਰਾਈਟ ਹੈਗਾ ਲੈ ਕੇ ਚੱਲੇ। ਰਾਈਟ ਜਦੋਂ ਤੁਸੀਂ ਉਹ ਕਹਿ ਰਹੇ ਵੀ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਕੋਈ ਜ਼ਬਰਦਸਤੀ ਨਹੀਂ ਕਹਿੰਦੇ ਪ੍ਰੋਟੈਸਟ ਕਰੋ, ਪਰ ਤੁਸੀਂ ਸਾਨੂੰ ਕਿਉਂ ਮਤਲਬ ਆਪਣੇ ਦਬਾਅ ਹੇਠ ਲੈ ਰਹੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੈਂ ਤੁਹਾਨੂੰ ਕਿਉਂ ਦਬਾਅ ਥੱਲੇ ਲਿਆਉਂਗਾ? ਤੁਸੀਂ ਸਰ ਹੁਣੇ ਕਹਿਣਾ ਤੁਸੀਂ ਕੀ ਚਾਹੁੰਦੇ ਕੀ ਹੋ? ਅਸੀਂ ਉਹਨਾਂ ਨਾਲ ਗੱਲ ਹੀ ਕਰਨੀ ਚਾਹ ਰਹੇ ਸੀ। ਮੈਂ ਤੁਹਾਨੂੰ ਕਿਉਂ ਬੜਾ ਇਹ ਮੈਂ ਤਾਂ ਡਿਊਟੀ ਕਰ ਰਿਹਾ ਆਪਣੀ। ਕੀ ਗੱਲ ਕਿਸੇ ਕੀ ਉਹ ਪ੍ਰੋਟੈਸਟ ਕਰ ਰਹੇ ਕੀਤਾ ਜੋ ਅਫਸਰਾਂ ਦਾ ਹੁਕਮ ਹੈ, ਅਸੀਂ ਉਹਨਾਂ ਨੂੰ ਥਾਣੇ ਲੈ ਕੇ ਚੱਲੇ। ਉਹ ਤਾਂ ਹਾਲੇ ਪ੍ਰੋਟੈਸਟ ਕਰਨ ਜਾ ਰਹੇ ਸੀ, ਤੁਸੀਂ ਉਹਨਾਂ ਨੂੰ ਪਹਿਲਾਂ ਦਬਾਅ ਕੇ ਜੋ ਸਾਨੂੰ ਸੀਨੀਅਰ ਅਫਸਰ ਵੱਲੋਂ ਹੁਕਮ ਹੈ, ਅਸੀਂ ਉਹਨਾਂ ਦੀ ਪਾਲਣਾ ਕੀਤੀ। ਸੋ ਇਹ ਸਾਡੀ ਘਰ ਦਾ ਮਾਮਲਾ ਨਹੀਂ ਹੈਗਾ ਗਾ ਕਿ ਜੇ ਸਾਡੇ ਘਰੇ ਆ ਕੇ ਸਾਨੂੰ ਕਿਸੇ ਦਾ ਸਾਡਾ ਨੁਕਸਾਨ ਸੀ ਤਾਂ ਸਾਡਾ ਆਪਣੇ ਉਹਦੇ ਤੇ ਉਹਨਾਂ ਨੇ ਐਗਰੈਸ਼ਨ ਕੀਤੀ ਹੈ। ਜਦੋਂ ਕੋਈ ਸੁਣਦਾ ਨਹੀਂਗਾ, 5 ਸਾਲ ਤੋਂ ਰਿਪੋਰਟਾਂ ਬੰਦ ਨੇ, ਲੋਕ ਰੋਜ਼ ਬੱਚੇ ਮਰ ਰਹੇ ਨੇ, ਤਾਂ ਫਿਰ ਤੁਸੀਂ ਕੀ, ਜੇ ਆਵਾਜ਼ ਨਹੀਂ ਪਹੁੰਚਦੀ ਤਾਂ ਐਗਰੈਸ਼ਨ ਨਹੀਂ ਕਰੋਗੇ ਤੁਸੀਂ?
ਇਹੀ ਤੁਸੀਂ ਪਹਿਲਾਂ ਕੁਐਸਚਨ ਇਹੀ ਕੀਤਾ ਸੀਗਾ ਕਿ ਹਾਂਜੀ ਉਹਨਾਂ ਨੇ ਉਹਦੇ ਬਾਰੇ ਗੱਲ ਕੀਤੀ, ਇਸ ਕਰਕੇ ਜਿੱਦਾਂ ਉਹਨਾਂ ਦਾ ਤਰੀਕਾ ਸੀਗਾ ਉਹ ਗੱਲ ਨੂੰ ਜ਼ਿਆਦਾ ਉਹਨਾਂ ਨੇ ਧਿਆਨ ਦੇ ਕੇ ਜਿਸ ਗੱਲ ਪਿੱਛੇ ਉਹ ਬੋਲੇ ਸੀਗੇ ਉਹਦਾ ਨਹੀਂ ਧਿਆਨ ਕੀਤਾ ਹੈਗਾਗਾ, ਠੀਕ ਹੈ ਨਾ, ਉਹ ਗੱਲ ਹੁਣ ਨਹੀਂ। ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿੱਚ ਪੰਜਾਬੀ ਮੰਚ ਤੇ ਉਹਨਾਂ ਦੀ ਬੇਟੀ ਸੁਰਪ੍ਰੀਤ ਵੱਲੋਂ ਮੋਰਚਾ ਖੋਲ੍ਹਦਿਆਂ ਪਿਤਾ ਬਲਵਿੰਦਰ ਸੇਖੋਂ ਤੇ ਪੰਜਾਬ ਸਰਕਾਰ ਵੱਲੋਂ ਨਜਾਇਜ਼ ਧੱਕਾ ਕਰਨ ਦੇ ਦੋਸ਼ ਲਾਏ ਨੇ। ਉਹਨਾਂ ਕਿਹਾ ਹੈ ਕਿ ਮੇਰੇ ਪਿਤਾ ਨਸ਼ੇ ਖਿਲਾਫ ਆਵਾਜ਼ ਚੁੱਕਣ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕੀਤੀ ਗਈ ਕਿਉਂਕਿ ਮੇਰੇ ਪਾਪਾ ਦੀ ਆਵਾਜ਼ ਜੋ ਕਿ ਜਿਸ ਪਿੱਛੇ ਉਹ ਲੜ ਰਹੇ ਨੇ ਡਰੱਗਸ ਦੇ ਮੁੱਦੇ ਤੇ, ਜਿਹਦੇ ਕਰਕੇ ਹਾਈ ਕੋਰਟ ਵਿੱਚ ਜੋ ਪ੍ਰੋਸੀਡਿੰਗਸ ਹੋਈਆਂ ਜਿਹਦੇ ਕਰਕੇ ਉਹ ਅੱਜ ਜੇਲ੍ਹ ਬੈਠੇ ਨੇ, ਇਸ ਕਰਕੇ ਆਪਾਂ ਉਹ ਆਵਾਜ਼ ਨੂੰ ਬੁਲੰਦ ਰੱਖਣ ਵਾਸਤੇ ਇਹ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ। ਤਾਂ ਲੱਗਦਾ ਮੈਮ ਜਿਹੜੇ ਨਸ਼ਿਆਂ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਵੱਲੋਂ? ਹਾਂਜੀ, ਕਿਤੇ ਤਾਂ ਲੱਗਦਾ ਹੈਗਾ ਬਿਲਕੁਲ, ਕਿਉਂਕਿ ਉਹਨਾਂ ਨੇ ਇੱਕ ਬੜੇ ਕਲੀਅਰ ਪੁਆਇੰਟਸ ਜਿਹੜੇ ਹੈਗੇ ਆ ਆਪਣੇ ਸਾਹਮਣੇ ਲਿਆਂਦੇ ਗਏ ਨੇ। ਫਾਈਲਾਂ ਰਿਪੋਰਟਾਂ ਨੂੰ ਖੋਲ੍ਹਣ ਦਾ ਜਿਹੜੀ ਕਿ 5 ਸਾਲਾਂ ਤੋਂ ਬੰਦ ਨੇ, ਉਹਨਾਂ ਬਾਰੇ ਕਿਹਾ ਗਿਆ ਹੈਗਾ ਕਿ ਉਹ ਖੋਲ੍ਹੀਆਂ ਕਿਉਂ ਨਹੀਂ ਗਈਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਉਹ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਜਿਹੜੀ ਜਿੱਦਾਂ ਉਹਨਾਂ ਦੇ ਤਰੀਕੇ ਨੂੰ ਜ਼ਿਆਦਾ ਧਿਆਨ ਦੇ ਕੇ ਉਹਨਾਂ ਨੂੰ ਉਹਦੀ ਸਜ਼ਾ ਦਿੱਤੀ ਗਈ ਹੈ। ਤੁਹਾਡੇ ਫਾਦਰ ਸਾਹਿਬ ਦੇ ਨੇਚਰ ਦੀ ਗੱਲ ਕਰੀਏ, ਥੋੜਾ ਐਗਰੈਸਿਵ ਜਿਹੇ ਹੋ ਗਏ ਸੀ ਲਾਸਟ ਵੀਕ ਤੇ ਜੇ ਗੱਲ ਕੀਤੀ ਜਾਵੇ ਤਾਂ ਉਹ ਕਿਉਂ ਹੋ ਗਿਆ, ਕੀ ਕਾਰਨ ਸੀ ਉਹਦਾ? ਦੇਖੋ ਜੀ, ਲੋਕ ਰੋਜ਼ ਮਰ ਰਹੇ ਨੇ, ਠੀਕ ਹੈ ਨਾ, ਇਹ ਕੋਈ ਸਾਡੇ ਘਰ ਦਾ ਮਾਮਲਾ ਨਹੀਂ ਹੈਗਾ ਗਾ ਕਿ ਜੇ ਸਾਡੇ ਘਰੇ ਆ ਕੇ ਸਾਨੂੰ ਕਿਸੇ ਦਾ ਸਾਡਾ ਨੁਕਸਾਨ ਸੀ ਤਾਂ ਸਾਡਾ ਆਪਣੇ ਉਹਦੇ ਤੇ ਉਹਨਾਂ ਨੇ ਐਗਰੈਸ਼ਨ ਕੀਤੀ ਹੈ। ਜਦੋਂ ਕੋਈ ਸੁਣਦਾ ਨਹੀਂਗਾ, 5 ਸਾਲ ਤੋਂ ਰਿਪੋਰਟਾਂ ਬੰਦ ਨੇ, ਲੋਕ ਰੋਜ਼ ਬੱਚੇ ਮਰ ਰਹੇ ਨੇ, ਤਾਂ ਫਿਰ ਤੁਸੀਂ ਕੀ, ਜੇ ਆਵਾਜ਼ ਨਹੀਂ ਪਹੁੰਚਦੀ ਤਾਂ ਐਗਰੈਸ਼ਨ ਨਹੀਂ ਕਰੋਗੇ ਤੁਸੀਂ, ਠੀਕ ਹੈ ਨਾ। ਸੋ ਇਸ ਕਰਕੇ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਵੀ ਕਹਿਣਾ ਹੈ ਕਿ ਭਾਈ ਭਾਈ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਬਲਵਿੰਦਰ ਸੇਖੋਂ ਵੀ ਜਿਵੇਂ ਨਸ਼ੇ ਦੇ ਖਿਲਾਫ ਆਵਾਜ਼ ਚੁੱਕਦੇ ਸੀਗੇ, ਵੀ ਉਹਨਾਂ ਨੂੰ ਵੀ ਸਰਕਾਰ ਨੇ ਉਹਨਾਂ ਦੀ ਡਿਊਟੀ ਉਠਾ ਕੇ ਅੰਦਰ ਕਰਤਾ, ਤੇ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੇ ਲੜ ਰਿਹਾ ਤੇ ਅੱਜ ਸਰਕਾਰ ਵੀ ਮੇਰੇ ਪਿੱਛੇ ਪਈ ਹੈ, ਤੇ ਕੀ ਕਹੋਗੇ? ਇਹ ਤਾਂ ਇਹੀ ਤੁਸੀਂ ਪਹਿਲਾਂ ਕੁਐਸਚਨ ਇਹੀ ਕੀਤਾ ਸੀਗਾ ਕਿ ਹਾਂਜੀ ਉਹਨਾਂ ਨੇ ਉਹਦੇ ਬਾਰੇ ਗੱਲ ਕੀਤੀ, ਇਸ ਕਰਕੇ ਜਿੱਦਾਂ ਉਹਨਾਂ ਦਾ ਤਰੀਕਾ ਸੀਗਾ ਉਹ ਗੱਲ ਨੂੰ ਜ਼ਿਆਦਾ ਉਹਨਾਂ ਨੇ ਧਿਆਨ ਦੇ ਕੇ ਜਿਸ ਗੱਲ ਪਿੱਛੇ ਉਹ ਬੋਲੇ ਸੀਗੇ ਉਹਦਾ ਨਹੀਂ ਧਿਆਨ ਕੀਤਾ ਹੈਗਾਗਾ, ਠੀਕ ਹੈ ਨਾ। ਉਹ ਗੱਲ ਹੁਣ ਮਹੀਨਿਆਂ ਦੀ ਗੱਲ ਹੈਗੀ ਹੈ, ਜਿਹੜੇ ਕੰਟੈਂਪਟ ਵਿੱਚ ਉਹਨਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਹੈ, ਉਹਦੇ ਪਿੱਛੇ ਜੋ ਸੱਚ ਹੈ ਉਹਨਾਂ ਨੂੰ ਫਿਰ ਉਸ ਚੀਜ਼ ਦਾ ਆਨਸਰ ਦੇਣਾ ਪੈਣਾ। ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ? ਹਾਂਜੀ, ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ? ਹਾਂਜੀ, ਅਸੀਂ ਤਾਂ ਜਸਟਿਸ ਇਨਸਾਫ ਮੰਗਦੇ ਹਾਂ, ਠੀਕ ਹੈ, ਕਿ ਜੋ ਰਿਪੋਰਟਸ ਬੰਦ ਹੈਗੀਆਂ ਨੇ ਉਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ, ਜੋ ਡੈਡ ਨੇ ਐਕਿਊਜ਼ੇਸ਼ਨਸ ਲਾਈ ਨੇ ਉਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ। ਆਵਾਜ਼ ਬੰਦ ਕਰਨ ਨਾਲੋਂ ਜੋ ਮੁੱਦੇ ਉਹਨਾਂ ਨੇ ਖੜੇ ਕੀਤੇ ਉਹਨਾਂ 'ਚ ਤੁਸੀਂ ਡਿਟੇਲਸ ਵਿੱਚ ਜਾਓ, ਦੱਸੋ ਲੋਕਾਂ ਨੂੰ ਕਿ ਆਹ ਗੱਲ ਸੱਚ ਹੈ ਨਹੀਂ ਹੈ ਸੱਚ, ਦੱਸੋ। ਕੀ ਨਾਮ ਤੁਹਾਡਾ? ਮੈਂ ਬਲਵਿੰਦਰ ਸਿੰਘ ਔਲਖ, ਤੇ ਮੈਨੂੰ ਬੜਾ ਮਾਣ ਹੈ ਕਿ ਮੈਂ ਬਲਵਿੰਦਰ ਸਿੰਘ ਸੇਖੋਂ ਜੀ ਦੇ ਨਾਲ ਬਹੁਤ ਗਹਿਰਾਈ ਨਾਲ ਜੁੜਿਆ ਹੋਇਆ, ਔਰ ਮੇਰੀਆਂ ਤੇ ਬਾਪੂ ਬਲਕੌਰ ਸਿੰਘ ਜੀ ਦੀਆਂ ਸਭ ਤੋਂ ਵੱਧ ਵੀਡੀਓਜ਼ ਸੇਖੋਂ ਸਾਹਿਬ ਦੇ ਨਾਲ ਨੇ, ਤੇ ਅਸੀਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹਾਂ, ਔਰ ਅਸੀਂ ਉਹਨਾਂ ਨੂੰ ਬਿਹਤਰੀ ਨਾਲ ਜਾਣਦੇ ਵੀ ਹਾਂ। ਤੇ ਦੂਜੀ ਗੱਲ ਇਹ ਹੈ ਕਿ ਸੇਖੋਂ ਸਾਹਿਬ ਜੋ ਲੜਾਈ ਲੜ ਰਹੇ ਨੇ, ਆਪਾਂ ਸਾਰੇ ਉਹਨਾਂ ਦੇ ਨਾਲ, ਤੇ ਅਸੀਂ ਇਹ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ, ਜਿੱਥੋਂ ਤੱਕ ਵੀ ਲੜਨੀ ਪਈ ਲੜਾਂਗੇ। ਔਰ ਸੇਖੋਂ ਸਾਹਿਬ ਨੇ ਜੋ ਮੰਗਾਂ ਉਠਾਈਆਂ ਨੇ, ਜੋ ਗੱਲਾਂ ਕੀਤੀਆਂ ਨੇ, ਉਹ ਸਾਰੀਆਂ ਜਾਇਜ਼ ਨੇ, ਵਾਹਿਦ ਨੇ। ਦੇਖੋ ਜੀ, ਨਸ਼ਾ ਇੱਕ ਇੰਟਰਨੈਸ਼ਨਲ ਕਾਰਟਲ ਚਲਾਉਂਦਾ, ਆਪਾਂ ਵੀ ਜਾਣਦੇ ਹਾਂ। ਇੱਥੇ ਜਿਹੜੇ ਲੋਕ ਚਲਾ ਰਹੇ ਨੇ ਉਹ ਇੰਟਰਨੈਸ਼ਨਲ ਕਾਰਟਲ ਦਾ ਹਿੱਸਾ ਨੇ। ਮੈਂ ਸੇਖੋਂ ਸਾਹਿਬ ਨਾਲ ਇੱਕ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਪੰਜਾਬ ਦਾ ਕਾਰਟਲ ਹੈ ਨਾ, ਉਹ ਜਿਹੜੀ ਚਿੱਟੇ ਦੀ ਸਪਲਾਈ ਦੇ ਵਿੱਚ ਵਰਲਡ ਨੂੰ ਲੀਡ ਕਰ ਰਿਹਾ। ਔਰ ਮੈਂ ਸੇਖੋਂ ਸਾਹਿਬ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਬਾਪੂ ਬਲਕੌਰ ਸਿੰਘ ਜੀ ਵੀ ਸੀਗੇ ਉਸ ਇੰਟਰਵਿਊ ਦੇ ਵਿੱਚ, ਔਰ ਬੜੀ ਚੱਲੀ ਸੀ ਉਹ ਇੰਟਰਵਿਊ। ਤੇ ਸੇਖੋਂ ਸਾਹਿਬ ਨੇ ਜਿਹੜੀਆਂ ਮੰਗਾਂ ਉਠਾਈਆਂ ਨੇ ਉਹ ਬਿਲਕੁਲ ਜਾਇਜ਼ ਨੇ, ਔਰ ਇਹ ਜਿਹੜੀ ਨਸ਼ਿਆਂ ਦੀ ਜਿਹੜੀ ਦਹਿਸ਼ਤ ਫੈਲੀ ਹੋਈ ਹੈ ਦੁਨੀਆ ਦੇ ਵਿੱਚ, ਕੋੜ ਫੈਲਿਆ ਹੋਇਆ, ਇਹ ਖਤਮ ਹੋਣਾ ਚਾਹੀਦਾ। ਆਪਾਂ ਵੀ ਇਹ ਚਾਹੁੰਦੇ ਹਾਂ, ਜਿਹੜਾ ਵੀ ਬੰਦਾ ਇਹਦੇ ਖਿਲਾਫ ਆਵਾਜ਼ ਉਠਾਉਂਦਾ ਅਸੀਂ ਉਹਦੇ ਨਾਲ ਖੜੇ ਹਾਂ। ਪਰ ਇਹ ਇਕੱਲੇ ਨਸ਼ੇ ਹੀ ਨਹੀਂ ਹੈਗੇ ਜਿਨ੍ਹਾਂ ਦੇ ਖਿਲਾਫ ਸੇਖੋਂ ਸਾਹਿਬ ਖੜੇ ਨੇ। ਸੇਖੋਂ ਸਾਹਿਬ ਦੀ ਲੜਾਈ ਬੇਸਿਕਲੀ ਸਰਕਾਰ ਨਾਲ ਹੈ, ਬੇਸਿਕਲੀ ਸਿਸਟਮ ਦੇ ਨਾਲ ਹੈ। ਸਿਸਟਮ ਅੰਦਰ ਤੱਕ ਗਰਕ ਹੋ ਗਿਆ ਹੋਇਆ, ਔਰ ਸਿਸਟਮ ਦੇ ਅੰਦਰ ਇੰਨੀ ਜ਼ਿਆਦਾ ਕਰਪਸ਼ਨ ਆ ਚੁੱਕੀ ਹੈ। ਉਹ ਇਕੱਲੇ ਅਦਾਲਤਾਂ ਨਾਲ ਹੀ ਨਹੀਂ ਲੜ ਰਹੇ, ਉਹ ਸਰਕਾਰ ਦੇ ਹਰ ਅੰਗ ਨਾਲ ਲੜ ਰਹੇ ਨੇ। ਦੇਖੋ, ਕਰਪਸ਼ਨ ਡੀਸੀ ਦਫ਼ਤਰ 'ਚ ਵੀ ਹੈ, ਕਰਪਸ਼ਨ ਐਸਐਸਪੀ ਦਫ਼ਤਰ ਵਿੱਚ ਵੀ ਹੈ, ਸਾਰੇ ਪੋਲੀਟੀਸ਼ੀਅਨ ਕਰਪਟ ਨੇ, ਸਾਰੀ ਬੁਰਜਵਾਜੀ, ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਬੁਰਜਵਾਜੀ, ਸਾਰੀ ਬੁਰਜਵਾਜੀ ਕਰਪਟ ਹੈ। ਔਰ ਬੁਰਜਵਾਜੀ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰ ਵਿੱਚ ਬੈਠੀ ਹੁੰਦੀ ਹੈ, ਬੁਰਜਵਾਜੀ ਸਰਕਾਰ ਤੋਂ ਬਾਹਰ ਵੀ ਹੁੰਦੀ ਹੈ। ਇਹ ਕਾਰਪੋਰੇਟ ਘਰਾਣੇ ਵੀ ਬੁਰਜਵਾਜੀ ਵਿੱਚ ਆਉਂਦੇ ਨੇ, ਇਹ ਜਿਹੜੇ ਧਾਰਮਿਕ ਪ੍ਰਚਾਰਕ ਨੇ ਇਹ ਵੀ ਬੁਰਜਵਾਜੀ ਦੇ ਵਿੱਚ ਆਉਂਦੇ ਨੇ, ਔਰ ਬੁਰਜਵਾਜੀ ਹੀ ਸਾਰੀ ਕਰਪਟ ਆ ਬੇੜਾ ਗਰਕ ਕਰ ਰਹੀ ਹੈ, ਔਰ ਆਮ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ।
ਔਰ ਸੇਖੋਂ ਸਾਹਿਬ ਆਮ ਲੋਕਾਂ ਦੇ ਖਾਤਰ ਲੜਨਾ ਚਾਹੁੰਦੇ ਨੇ। ਔਰ ਜਿਵੇਂ ਹੁਣ ਇੱਕ ਸੱਜਣ ਜੀ ਕਹਿ ਰਹੇ ਸੀ ਕਿ ਲੋਕਾਂ ਦਾ ਕਸੂਰ ਆ ਕਿ ਗੰਦੀਆਂ ਸਰਕਾਰਾਂ ਚੁਣਦਾ, ਲੋਕਾਂ ਦਾ ਕਦੇ ਕੋਈ ਕਸੂਰ ਨਹੀਂ ਹੁੰਦਾ। ਪੋਲੀਟੀਕਲ ਇਕਾਨਮੀ ਦਾ ਸਭ ਤੋਂ ਪਹਿਲਾ ਸਿਧਾਂਤ ਇਹ ਹੁੰਦਾ ਕਿ ਲੋਕ ਹਮੇਸ਼ਾ ਸਹੀ ਹੁੰਦੇ ਨੇ, ਔਰ ਸੇਖੋਂ ਸਾਹਿਬ ਇਹ ਗੱਲ ਨੂੰ ਸਮਝਦੇ ਨੇ। ਸੇਖੋਂ ਸਾਹਿਬ ਦੀ ਵੱਡੀ ਲੜਾਈ ਹੈ, ਔਰ ਉਹ ਲੜਾਈ ਦੇ ਉੱਤੇ ਅਸੀਂ ਕੇਂਦਰਿਤ ਕਰਨਾ। ਉਹ ਸਾਰੇ ਸਿਸਟਮ ਦੀ ਕਰਪਸ਼ਨ ਦੂਰ ਕਰਨਾ ਚਾਹੁੰਦੇ ਆ, ਇਕੱਲੀ ਅਦਾਲਤਾਂ ਦੀ ਕਰਪਸ਼ਨ ਨਹੀਂ। ਅਦਾਲਤਾਂ ਜਿਹੜੇ ਲਿਫਾਫੇ ਪਏ ਨੇ 5 ਸਾਲਾਂ ਤੋਂ ਬੰਦ ਕਿਉਂ ਪਏ ਨੇ, ਖੁੱਲ੍ਹਣੇ ਚਾਹੀਦੇ ਸੀ। ਔਰ ਅਗਰ ਉੱਥੇ ਅਦਾਲਤਾਂ ਵਿੱਚ ਲਿਫਾਫੇ ਬੰਦ ਪਏ ਨੇ ਤੇ ਸਰਕਾਰ ਕੋਲ ਤਾਂ ਉਹ ਖੁੱਲੀਆਂ ਫਾਈਲਾਂ ਨੇ ਨਾ, ਸਰਕਾਰ ਕਿਉਂ ਨਹੀਂ ਉਹਨਾਂ 'ਤੇ ਕਾਰਵਾਈ ਕਰਦੀ? ਸਰਕਾਰ ਵੀ ਕਾਰਵਾਈ ਨਹੀਂ ਕਰਦੀ, ਸਰਕਾਰ ਚਾਹੁੰਦੀ ਨਹੀਂ ਉਹਨਾਂ 'ਤੇ ਕਾਰਵਾਈ ਹੋਏ। ਇਹ ਸਾਰੇ ਘਿਓ ਖਿਚੜੀ ਨੇ। ਦੂਜੇ ਪਾਸੇ ਸੇਖੋਂ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ, ਉਹਨਾਂ ਨੂੰ ਪੜ੍ਹਾ ਦਿੱਤਾ ਗਿਆ ਅਦਾਲਤਾਂ ਦੇ ਨਾਲ ਹੈ। ਉਹਨਾਂ ਦੀ ਲੜਾਈ ਤਾਂ ਸਿਸਟਮ ਦੇ ਨਾਲ ਹੈ, ਸਰਕਾਰ ਦੇ ਨਾਲ ਹੈ। ਹੁਣ ਸਰਕਾਰ ਲਾਂਭੇ ਬੈਠੀ ਹੈ, ਸਰਕਾਰ ਕਹਿੰਦੀ ਹੈ ਜੀ ਸਾਨੂੰ ਤਾਂ ਪਤਾ ਨਹੀਂ, ਉਹਦੀ ਜਾ ਕੇ ਟੱਕਰਾਂ ਮਾਰਦਾ ਪਿਆ ਅਦਾਲਤਾਂ ਨਾਲ। ਹਾਲਾਂਕਿ ਸੇਖੋਂ ਸਾਹਿਬ ਅਦਾਲਤਾਂ ਦੇ ਖਿਲਾਫ ਨਹੀਂ ਹੈਗੇ। ਹੁਣ ਦੇਖੋ ਮਾਂ-ਬਾਪ ਨਾਲ ਵੀ ਝਗੜਾ ਹੁੰਦਾ ਹੈ ਨਾ ਸਾਡਾ, ਹੈ। ਤੇ ਸੇਖੋਂ ਸਾਹਿਬ ਨੇ ਜੇ ਕੋਈ ਮੰਗ ਉਠਾ ਦਿੱਤੀ ਹੈ ਕਿ ਲਿਫਾਫੇ ਖੋਲ੍ਹੋ, ਤੇ ਕਿਹੜੀ ਵੱਡੀ ਮੰਗ ਸੀਗੀ ਉਹ, ਹੈ। ਉਹਨਾਂ ਨੂੰ ਮੰਨਣਾ ਚਾਹੀਦਾ ਸੀ, ਲਿਫਾਫੇ ਖੁੱਲ੍ਹਣੇ ਚਾਹੀਦੇ। ਸੇਖੋਂ ਸਾਹਿਬ 1.5 ਤੋਲੇ ਦਾ ਸੋਨਾ ਲਾ ਲਿਆ, 1.5 ਤੋਲਾ ਸੋਨਾ ਸ਼ਿਮਲਾ ਸਰਜੀਤ ਉਹ ਜੇਲ੍ਹ ਦੇ ਵਿੱਚ ਹੀ ਮਰ ਗਈ। ਸਾਰੀ ਜਨਾਨੀਆਂ ਤੋਂ ਇਨਕੁਆਇਰੀ ਕੀਤੀ ਜਾਵੇ ਸਾਰੇ। ਹੋ ਰਿਹਾ ਸਰ ਬਹੁਤ ਜ਼ਿਆਦਾ, ਜਿਹਦੇ ਵਿੱਚ ਸਾਰੇ ਇੱਕ ਸਮਿਤਰਾ ਨਾਂ ਦੀ ਜਨਾਨੀ ਪਿੰਡ ਲਾਲਚੀਆਂ ਤੋਂ, ਉਹ ਅੰਦਰ ਨਸ਼ਾ ਸਪਲਾਈ ਕਰਦੀ ਏ, ਮੈਡਮਾਂ ਦੀ ਕੰਮ ਕਰਦੀ, ਰੋਟੀਆਂ ਬਣਾਉਂਦੀ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਲਗਾਤਾਰ ਜੇਲ੍ਹ ਅੰਦਰੋਂ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਵਾਲਾਤੀ ਪਾਲੋ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਪਿਛਲੇ ਕਰੀਬ 1.5 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਜੇਲ੍ਹ ਅੰਦਰ ਚੱਲ ਰਹੇ ਨਸ਼ੇ ਦੇ ਵਪਾਰ ਨੂੰ ਲੈ ਕੇ ਆਵਾਜ਼ ਉਠਾਈ ਜਾ ਰਹੀ ਹੈ। ਇਸੇ ਤਰ੍ਹਾਂ ਅੱਜ ਜਦੋਂ ਉਸਨੇ ਆਪਣੀ ਮਹਿਲਾ ਡਿਪਟੀ ਸੁਪਰਡੈਂਟ ਨੂੰ ਇਸ ਦੀ ਕੰਪਲੇਂਟ ਕੀਤੀ ਤਾਂ ਮਹਿਲਾ ਸੁਪਰਡੈਂਟ ਦੇ ਇਸ਼ਾਰੇ ਤੇ ਜੇਲ੍ਹ ਵਿੱਚ ਬੰਦ 10 ਮਹਿਲਾਵਾਂ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ। ਹੋ ਰਿਹਾ ਸਰ ਬਹੁਤ ਜ਼ਿਆਦਾ, ਜਿਹਦੇ ਵਿੱਚ ਸਾਰੇ ਇੱਕ ਸਮਿਤਰਾ ਨਾਂ ਦੀ ਜਨਾਨੀ ਪਿੰਡ ਲਾਲਚੀਆਂ ਤੋਂ, ਉਹ ਅੰਦਰ ਨਸ਼ਾ ਸਪਲਾਈ ਕਰਦੀ ਏ, ਮੈਡਮਾਂ ਦੀ ਕੰਮ ਕਰਦੀ, ਰੋਟੀਆਂ ਬਣਾਉਂਦੀ, ਮੈਡਮਾਂ ਦਾ ਜੋ ਵੀ ਹੁੰਦਾ ਹੈ ਉਹ ਨਸ਼ਾ ਸਪਲਾਈ ਕਰਦੀ। ਮੈਂ ਮੈਡਮ ਡਿਪਟੀ ਨੂੰ ਕਿਹਾ ਸੀ, ਮੈਡਮ ਨੇ ਖੁਦ ਮੈਨੂੰ ਕਿਹਾ ਸੀ ਵੀ ਕੋਈ ਵੀ ਅੰਦਰ ਗੈਰ ਕਾਨੂੰਨੀ ਕੰਮ ਹੁੰਦਾ ਪਹਿਲੇ ਮੈਨੂੰ ਦੱਸੀ। ਮੈਂ ਮੈਡਮ ਨੂੰ ਕਿਹਾ ਜਦੋਂ ਮੈਨੂੰ ਪ੍ਰੂਫ ਮਿਲਿਆ ਵੀ ਇਸ ਟਾਈਮ ਨਸ਼ਾ ਇਹਦੇ ਕੋਲ ਏ, ਚਿੱਟਾ, ਬੀੜਾ ਤੇ ਗੋਲੀਆਂ, ਮੈਨੂੰ ਨਹੀਂ ਪਤਾ ਟਰਮਾਡੋਲ ਕਿ ਡੈਜ਼ੀਪਮ ਗੋਲੀਆਂ ਦਾ ਮੈਨੂੰ ਨਹੀਂ ਪਤਾ, ਮੈਂ ਪੜ੍ਹੀ ਲਿਖੀ ਨਹੀਂ, ਮੈਂ ਅਨਪੜ੍ਹ, ਮੈਂ ਹਾਰਟ ਦੀ ਪੇਸ਼ੈਂਟ ਆ ਸਰ, ਮੈਨੂੰ ਕੁਝ ਨਹੀਂ ਪਤਾ ਵੀ ਇਹ ਕੀ ਹੈ। ਉਹਦੀ ਜਾਣਕਾਰੀ ਦਿੱਤੀ ਤਾਂ ਕੀ ਹੋਇਆ? ਮੈਡਮ ਕਹਿੰਦੀ ਮੈਂ ਇਸ ਟਾਈਮ ਤਲਾਸ਼ੀ ਨਹੀਂ ਕਰ ਸਕਦੀ, ਉਹ ਵੀ ਕਹਿਦਾ ਨੇ ਤੂੰ ਵੀ ਕਹਿਦਾ ਨੇ, ਮੈਂ ਤਲਾਸ਼ੀ ਨਹੀਂ ਲੈ ਸਕਦੀ, ਮੈਨੂੰ ਪ੍ਰੂਫ ਚਾਹੀਦਾ ਕਿਸੇ ਨੂੰ ਦੇਵੇ। ਇੱਕ ਗੁਰੂ ਹਰਸਾਏ ਚ ਪੂਜਾ ਨਾਂ ਦੀ ਜਨਾਨੀ ਆਈ ਏ, ਉਹਨੂੰ ਨੇ ਗੋਲੀਆਂ ਦਿੱਤੀਆਂ। ਮੈਂ ਪੂਜਾ ਨੂੰ ਕਿਹਾ, ਉਹਨੇ ਪੂਜਾ ਨੇ ਸੌਦਾ ਲਿਖਾਇਆ, ਉਹ ਉਧਰ ਉਹ ਸਮਿਤਰਾ ਨੂੰ। ਮੈਂ ਕਿਹਾ ਸੌਦਾ ਕਾਹਦਾ ਲਿਖਾਇਆ? ਕਹਿੰਦੀ ਮੈਂ ਬਿੱਟਾਂ ਲਈਆਂ, ਇੱਕ 500 ਦੀ ਬਿੱਟ ਲਈ ਚਿੱਟੇ ਦੀ ਤੇ 2 ਮੈਂ ਗੋਲੀਆਂ ਲਈਆਂ, ਮੈਂ 700 ਦਾ ਸੌਦਾ ਉਹਨੂੰ ਤਾਂ ਲਿਖਾਇਆ। ਲੜਾਈ ਕਿਵੇਂ ਹੋਈ? ਲੜਾਈ ਕਿਵੇਂ ਹੋਈ? ਸਰ ਨਸ਼ਾ ਕੋਈ ਵੀ ਜਨਾਨੀ ਨਸ਼ੇੜਨ ਜਾਂਦੀ, ਉਹਨੂੰ ਕੋਈ ਕਮੀ ਨਹੀਂ ਨਸ਼ੇ ਦੀ, ਸਭ ਨਸ਼ਾ ਮਿਲ ਰਿਹਾ ਪੈਸੇ ਵਾਲੀ ਜਨਾਨੀ ਨੂੰ, ਜਿਹਦੇ ਕੋਲ ਪੈਸਾ ਹੈ। ਫਿਰ ਤੁਹਾਡੀ ਲੜਾਈ ਕਿਸ ਤਰੀਕੇ ਨਾਲ? ਲੜਾਈ ਸਰ ਜਿਹੜੀ ਇਹ ਸਮਿਤਰਾ ਡਿਪਟੀ ਮੈਡਮ ਨੇ ਸਮਿਤਰਾ ਨੂੰ ਦੱਸਤਾ ਵੀ ਪਾਲੀ ਨੂੰ ਪਤਾ ਲੱਗ ਗਿਆ, ਇਹ ਮੈਨੂੰ ਗਾਲਾਂ ਕੱਢਣ ਲੱਗ ਗਈ। ਮੈਂ ਦੁਬਾਰਾ ਡਿਪਟੀ ਮੈਡਮ ਕੋਲੇ ਗਈ ਵੀ ਮੈਡਮ ਜੀ ਮੈਨੂੰ ਗਾਲਾਂ ਕੱਢ ਰਹੀ, ਮੇਰੀ ਗਲਤੀ ਦੱਸੋ ਕੀ ਹੈ? ਮੈਡਮ ਇਸ ਸਮਿਤਰਾ ਦੇ ਮੈਡਮ ਦੇ ਸਾਹਮਣੇ ਮੇਰੇ ਗਲ ਪੈ ਗਈ। ਮੈਡਮ ਨੇ ਤੁਹਾਨੂੰ ਕਿਹਾ ਸੀ ਲੈ ਵੀ ਧਿਆਨ ਰੱਖੀ, ਨਾਲੇ ਤੇ ਮੈਡਮ ਨੇ ਇਲਜ਼ਾਮ ਲਾ ਦਿੱਤਾ। ਮੈਡਮ ਉਹ ਤਾਂ ਮੈਡਮ ਮੇਰਾ ਲੈਂਦੀ, ਜਦੋਂ ਮੈਂ ਮੈਡਮ ਨੂੰ ਦੱਸਿਆ, ਜਦੋਂ ਉਹਨੇ ਮੈਨੂੰ ਕਿਹਾ, ਉਹਨੂੰ ਇਹ ਸੀ ਪਾਲੀ ਨੂੰ ਪਤਾ ਤਾਂ ਨਹੀਂ ਹੈਗਾ ਕੁਝ, ਉਹਨੂੰ ਇਹ ਸੀ ਕਿ ਪਾਲੀ ਆਵਾਜ਼ ਉਠਾ ਸਕਦੀ ਕਿਸੇ ਟਾਈਮ, ਪਾਲੀ ਨੂੰ ਪਤਾ ਤਾਂ ਨਹੀਂ ਕੁਝ ਹੈਗਾ। ਜਦੋਂ ਮੈਨੂੰ ਪਤਾ ਲੱਗਾ, ਮੈਂ ਪਰਮਿਸ਼ਨ ਦਿੱਤੀ, ਉਦੋਂ ਬਾਅਦ ਚ ਇਹਨੇ ਮਤਲਬ ਕਿ ਮੈਡਮ ਨੇ ਮੇਰੇ ਤੇ ਹਮਲਾ ਕਰਾਤਾ। ਕਿੰਨੇ ਲੋਕਾਂ ਵੱਲੋਂ ਹਮਲਾ ਜਿਹੜਾ ਕੀਤਾ? 10 ਜਨਾਨੀਆਂ ਵੱਲੋਂ ਹਮਲਾ ਕੀਤਾ ਗਿਆ। ਮੈਡਮ ਦੇ ਕਹਿ ਤੇ ਕੀਤਾ ਗਿਆ। ਮੇਰੇ ਦਾ ਨਾਮ ਕੀ ਹੈ? ਇਹ ਮੈਡਮ ਸੁਸ਼ਮਾ ਮੈਡਮ ਹੈ, ਹਾਤੇ ਦੀ ਇੰਚਾਰਜ ਹੈ ਜੀ, ਹਾਤੇ ਦੀ ਇੰਚਾਰਜ ਹੈ। ਤੇ ਕੀ ਮੰਗ ਕੀ ਕਰਦੇ ਹੋ ਤੁਸੀਂ? ਮੈਂ ਮੰਗ ਇਹੀ ਕਰਦੀ ਆ, ਮੇਰੇ ਨਾਲ ਧੱਕਾ ਹੋ ਰਿਹਾ ਜੇਲ੍ਹ 'ਚ, ਕਿਸੇ ਟਾਈਮ ਵੀ ਮੇਰੇ ਨਾਲ ਹਰਜ ਮਰਜ ਹੋ ਸਕਦੀ, ਮੇਰੇ ਨਿੱਕੇ ਨਿੱਕੇ ਬੱਚੇ ਨੇ, ਮੇਰਾ ਜਾਨੀ ਮਾਨੀ ਕਿਸੇ ਟਾਈਮ ਨੁਕਸਾਨ ਹੋ ਸਕਦਾ ਹੈ। ਸਰ ਮੈਨੂੰ ਬਚਾਇਆ ਜਾਵੇ, ਮੇਰਾ ਜੇਲ੍ਹ ਵਿੱਚ ਮੇਰੇ ਨਾਲ ਬਹੁਤ ਧੱਕਾ ਹੁੰਦਾ, ਮੇਰੀਆਂ ਆਈਡੀਆਂ ਬਲੌਕ ਕੀਤੀਆਂ ਜਾਂਦੀਆਂ ਨੇ, ਮੇਰੀਆਂ ਮੁਲਾਕਾਤਾਂ ਬੰਦ। ਹਾਂਜੀ ਹਾਈ ਕੋਰਟ ਵੱਲੋਂ ਅਲਾਉਡ ਆਇਆ ਨਾ, ਮੁਲਾਕਾਤ ਫਾਈਨਲੀ ਹੁੰਦੀ ਹੈ, ਮੇਰੇ ਘਰ ਵਾਲਾ ਅੰਦਰੋਂ ਆ ਕੇ ਕਰ ਸਕਦਾ ਮੁਲਾਕਾਤ, ਬੱਚੇ ਪਾਪਾ ਦੀ ਮੁਲਾਕਾਤ ਲਿਖਾ ਸਕਦੇ ਨੇ, ਮੰਮਾ ਦੀ ਵੀ ਲਿਖਾ ਸਕਦੇ ਨੇ, ਪਰ ਸਾਡੀ ਮੁਲਾਕਾਤ ਕਿਵੇਂ ਹੋਈ? ਪਿਛਲੀ ਵਾਰ ਮੇਰੇ ਬੰਦੇ ਨੇ ਮੁਲਾਕਾਤ ਬੱਚਿਆਂ ਨਾਲ ਕੀਤੀ, ਮੇਰੀ ਨਹੀਂ ਕਰਵਾਈ ਗਈ। ਉਹੀ ਸਰ ਬਾਕੀਆਂ ਦਾ ਮੌਕੇ ਤੇ ਫਾਰਮ ਭਰਿਆ ਜਾ ਸਕਦਾ, ਮੇਰਾ ਨਹੀਂ ਭਰਿਆ ਜਾ ਸਕਦਾ। ਸਰ ਮੇਰੇ ਸਾਰੇ ਜਿਸਮ ਦੇ ਸੱਟਾਂ, ਕਮਰ ਤੇ ਜ਼ਿਆਦਾ ਲੱਗੀਆਂ ਨੇ, ਮੇਰੀ ਜਸਟ ਦਰਦ ਨਿਕਲਦੀ, ਮੇਰੇ ਸਿਰ ਤੇ ਸੱਟਾਂ।
ਉਹ ਸਰ ਬਹੁਤ ਜ਼ਿਆਦਾ ਮਾਰਿਆ, ਬਹੁਤ ਜ਼ਿਆਦਾ ਉਹਨਾਂ ਨੇ ਮਾਰਿਆ। ਉਹਨਾਂ ਨੇ ਮੈਨੂੰ ਕਸੂਨਾ ਨਾਲ ਮਾਰਿਆ, ਜਿਵੇਂ ਗੁੱਜੀ ਮਾਰ ਦਿੱਤੀ ਸਰ। ਕੀ ਨਾਮ ਕੀ ਉਹਦਾ? ਪਾਲੋ ਰਾਣੀ ਸਰ। ਜੇ ਇਹਦੇ ਤੇ 4 ਪਰਚੇ ਨੇ, ਉਹ ਪੁਲਿਸ ਵਾਲੇ ਗਲਤ ਸੀ ਜਿਨ੍ਹਾਂ ਨੇ ਇਹਨਾਂ ਤੇ ਪਰਚਾ ਕਰ ਦਿੱਤਾ ਹੈ। ਸੁਸ਼ਮਾ ਮੈਡਮ ਵੀ ਗਲਤ ਅੱਜ ਹੋ ਗਈ, ਫਿਰ ਸੁਪਰਡੈਂਟ ਵੀ ਗਲਤ ਹੋ ਗਏ। ਇਹ ਸਰ ਸਹੀ ਜਿਹੜੀ 4 ਪਰਚੇ ਕੀਤੇ ਮੁਲਾਜ਼ਮ ਗਲਤ ਨੇ ਸਰ। ਅਸੀਂ ਕ੍ਰਾਈਮ ਨਾ ਸਰ, ਨਸ਼ਾ ਕੋਈ ਨਹੀਂ, ਜਨਾਨੀ ਸਾਰਿਆਂ ਦੇ ਚੈੱਕਅਪ ਕੀਤਾ ਜਾਵੇ, ਜਨਾਨੀ ਨੂੰ ਕਿਸੇ ਨੂੰ ਨਸ਼ਾ ਨਹੀਂ ਆਏਗਾ ਸਰ। ਇਹ ਝੂਠ ਹੈ, ਇਹ ਸਹੀ ਹੈ ਜਿਹੜੀ ਇਹ ਕਰਦੀ ਚਿੱਟਾ ਸਰ, ਚਿੱਟਾ ਪੀਂਦੀ ਏ ਤੇ ਇਹਨੂੰ ਓੜ ਦੀ ਦਵਾਈ ਮਿਲਦੀ, ਓੜ ਦੀ ਜਨਾਨੀ ਨੂੰ 5 ਜਨਾਨੀਆਂ ਨੂੰ ਦਵਾਈ ਮਿਲਦੀ। ਕੋਈ ਨਸ਼ਾ ਨਹੀਂ ਸਾਡੇ ਜਨਾਨ ਆਤੇ ਦੀ, ਕੋਈ ਇਹ ਜੋ ਗੈਰ ਕਾਨੂੰਨੀ ਕੰਮ ਨਹੀਂ ਹੁੰਦੇ ਸਰ। ਝੂਠ ਹੈ ਸਾਰਾ ਸਰ, ਤੇ ਸਾਰੇ ਗਲਤ ਹੋ ਗਏ ਸਰ। ਇਹ ਸਹੀ ਹੋ ਗਈ ਜਿਹਨੇ 4 ਪਰਚਿਆਂ ਦੇ ਤੇ ਗਏ ਨੇ 4 ਪਰਚੇ। ਅਸੀਂ 302 ਚ ਸਰ। ਮੈਂ ਪਿੰਡ ਲਾਲਚੀਆਂ ਦੇ। ਇਹਨਾਂ ਨੂੰ ਓਟ ਦੀ ਦਵਾਈ ਕਿਉਂ ਮਿਲਦੀ ਹੈ? ਇਹਨਾਂ ਨੂੰ ਸਰ ਪਿੱਛੋਂ ਹੀ ਵੀ ਮਿਲਦੀ ਹੈ, ਵੀ ਮਤਲਬ ਇਹਨਾਂ ਦਾ ਕਾਰਡ ਬਣੇ ਹੋਏ। ਇਹ ਨਸ਼ਾ ਹਾਂਜੀ ਇਹ ਟੀਕੇ ਲਾਉਂਦੀਆਂ ਸੀ ਘਰੇ। ਅੱਛਾ, ਪਹਿਲਾਂ ਟੀਕੇ? ਹਾਂਜੀ, ਇਹ ਘਰੇ ਟੀਕੇ ਲਾਉਂਦੀ ਸੀ ਤੇ ਇਹਨਾਂ ਨੂੰ ਓੜ ਦੀ ਦਵਾਈ ਸ਼ਾਮ ਨੂੰ ਇਹਨਾਂ ਨੂੰ ਮਿਲਣੀ। ਉਹ ਵੀ ਮੈਡਮ ਕੁੜੀ ਇਹਨਾਂ ਨੂੰ ਹੱਥ ਨਾਲ ਦਿੰਦੇ ਨੇ, ਵੀ ਜਦੋਂ ਉਹ ਆਂਦਾ ਨਾ ਡਾਕਟਰ ਦੇ ਕੇ ਜਾਂਦਾ ਤੇ ਇਹਨਾਂ ਦੀ 5 ਪੁੜੀਆਂ ਨੇ ਸ਼ਾਮ ਨੂੰ ਇਹਨਾਂ ਦਿੱਤੀਆਂ ਜਾਂਦੀਆਂ ਨੇ ਸਰ। ਅੱਛਾ ਜੀ। ਹਾਂਜੀ, ਤੇ ਝੂਠ ਮਾਰਦੀ, ਕੋਈ ਇਹੋ ਜਿਹਾ ਨਸ਼ਾ ਨਹੀਂਗਾ, ਕੁਛ ਵੀ ਨਹੀਂਗਾ। ਇਹਨਾਂ ਦੇ ਵੱਲੋਂ ਤੁਹਾਡੇ ਤੇ ਵੀ ਰੋਕ ਲਗਾਈ ਗਈ ਕਿ ਤੁਸੀਂ ਨਸ਼ਾ ਬਤਾਉਂਦੇ ਹੋ? ਨਹੀਂ ਸਰ, ਮੇਰੀ ਇਨਕੁਆਇਰੀ ਕੀਤੀ ਜੇ। ਮੈਂ ਗਰੀਬ ਘਰ ਦੀ ਕੁੜੀਆਂ, ਮੇਰੇ ਤੇ ਕੋਈ ਨਸ਼ਾ ਨਹੀਂ। ਮੇਰੀ ਮੁਲਾਕਾਤ ਤੱਕ ਨਹੀਂ ਆਦੀ, ਮੇਰੀ ਮੁਲਾਕਾਤ ਵੀ ਨਹੀਂ ਆਦੀ। ਮੇਰੀ ਸਾਰੀ ਇਨਕੁਆਇਰੀ ਕੀਤੀ ਜਾਵੇ ਜੇਲ੍ਹ ਦੇ ਵਿੱਚੋਂ। 302 ਚ ਸਰ। ਕਿੰਨਾ ਸਮਾਂ ਹੋ ਗਿਆ ਬੰਦ ਨੂੰ? 2017 ਦੀ ਸਰ। ਮੇਰੀ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਹੈਗੀ। 2017 ਦੀ ਹੈ ਮੈਂ ਸਰ। ਹੋਰ ਕੀ ਮੰਗ ਕਰਦੇ ਹੋ? ਮੈਂ ਇਹ ਮੰਗ ਕਰਨੀ ਮੇਰੀ ਵਾਲੀ ਦਿੱਤੀ ਜਾਵੇ ਤੇ ਜਿਹੜਾ 1.5 ਤੋਲਾ ਉਹ ਜਨਾਨੀ ਦਾ ਖਾਦਾ ਉਹ ਵੀ ਦਿੱਤਾ ਜਾਵੇ ਬਸ। ਤੇ ਲੜਾਈ ਕਿੰਨੇ ਲੋਕਾਂ ਦੇ ਵਿੱਚ ਹੋਈ ਸੀਗੀ? ਸਰ ਸਾਡੇ ਦੋਨਾਂ ਚ ਹੋਈ ਸੀ, ਕਿਸੇ ਚ ਨਹੀਂ ਹੋਈ। ਸਾਡੇ ਦੋਨੋਂ ਕਿਹਾ ਗਿਆ ਕਿ 10 ਤੋਂ 12 ਨਾ ਸਰ, ਝੂਠ ਹੈ, ਕੋਈ ਵੀ ਨਹੀਂ ਗਿਆ। ਮੈਡਮਾਂ ਛਡਾਈ ਗਈਆਂ ਨੇ ਸਾਨੂੰ, ਜਨਾਨੀਆਂ ਵੀ ਨੰਬਰਦਾਰ ਨਹੀਂ ਆਈਆਂ ਸੀ। ਹਵਲਾਤਨ ਕੋਈ ਨੇੜੇ ਨਹੀਂ ਆਈ ਨਾ ਸਰ। ਉਹ ਹਵਲਾਤਨ ਦੂਜੀ ਨਾਲ ਸੀ ਕਈ ਦਿਨਾਂ। ਤੁਹਾਡੀ ਕੈਦੀਆਂ ਤੇ ਲੱਗ ਨਹੀਂ ਸਰ ਵੀ ਜੇਲ੍ਹ ਇੱਕੋ ਹੀ ਹੈ ਸਭ। ਤੇ ਮੈਡਮਾਂ ਨੇ ਛਡਾਇਆ, ਬਹੁਤ ਛਡਾਇਆ ਸਰ। ਮੈਨੂੰ ਵੀ ਮੈਡਮਾਂ ਨੇ ਮਾਰਿਆ, ਇਹਨੂੰ ਵੀ ਮਾਰਿਆ ਮੈਡਮਾਂ ਨੇ, ਸਾਨੂੰ ਸਾਰੇ ਦੋਨਾਂ ਨੂੰ ਮੈਡਮਾਂ ਨੇ ਮਾਰਿਆ। ਅਸੀਂ ਕ੍ਰਾਈਮ ਕੀਤੀ ਜੀ ਠੀਕ ਠਾਕ, ਸਾਨੂੰ ਤਾੜਨਾ ਤਾਂ ਹੋਰ ਵੀ ਕ੍ਰਾਈਮ ਵਾਧੂ ਕਰਦੀ ਬਾਹਰ ਜਾ ਕੇ। ਮੈਂ ਸਮਝਦਾ ਕੁਝ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਬੰਦੀ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਜਾਣ। ਬੰਦੀ ਸਿੰਘਾਂ ਦੀ ਰਿਹਾਈ ਦੇ ਸਮਰਥਨ ਵਿੱਚ ਯੂਥ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ ਸੰਬੰਧੀ ਪੋਸਟਰ ਪਾੜੇ ਜਾਣ ਦੇ ਖਿਲਾਫ ਪਾਰਟੀ ਆਗੂਆਂ ਵੱਲੋਂ ਚੰਡੀਗੜ੍ਹ ਰੋਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਆਰੋਪ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਸਮਰਥਨ ਵਿੱਚ ਯੂਥ ਅਕਾਲੀ ਦਲ ਵੱਲੋਂ ਵੀ ਆਉਂਦੇ ਦਿਨੀ ਇੱਕ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਐਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਵੀ ਨੁਮਾਇੰਦੇ ਸ਼ਾਮਲ ਹੋਣਗੇ। ਪਰ ਉਸ ਸੰਬੰਧੀ ਪੋਸਟਰ ਪਾੜ ਕੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਹੈ। ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਸੈਕਟਰ 32 BCM ਗਰਾਊਂਡ ਦੇ ਵਿੱਚ ਆਉਣ ਵਾਲੀ 5 ਤਰੀਕ ਦਿਨ ਐਤਵਾਰ ਸ਼ਾਮ 4 ਵਜੇ ਇੱਕ ਵਿਸ਼ਾਲ ਆਗਾਜ਼ ਰੈਲੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਧਾਮੀ ਸਾਹਿਬ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰਮਾਣਾ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਆ। ਸੋ ਇਸ ਮੁਹਿੰਮ ਨੂੰ ਇੰਨਾ ਵੱਡਾ ਪਿਆਰ, ਸਤਿਕਾਰ ਔਰ ਹੁਲਾਰਾ ਲੁਧਿਆਣੇ ਸ਼ਹਿਰ ਦੇ ਵਿੱਚ ਮਿਲ ਰਿਹਾ ਕਿ ਵੱਖ-ਵੱਖ ਮੁਹੱਲਿਆਂ ਤੋਂ ਤਕਰੀਬਨ 100-200 ਦੇ ਕਰੀਬ 150 ਦੇ ਕਰੀਬ ਕਾਲਸ ਮੈਨੂੰ ਆਈਆਂ ਕਿ ਅਸੀਂ ਵੀ ਇਹਦਾ ਹਿੱਸਾ ਬਣਨਾ ਚਾਹੁੰਦੇ ਹਾਂ, ਅਸੀਂ ਵੀ ਬੋਰਡ ਆਪਣੇ ਮੁਹੱਲੇ ਦੇ ਵਿੱਚ, ਆਪਣੇ ਗੁਰੂ ਘਰ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਲਵਾਉਣਾ ਚਾਹੁੰਦੇ ਹਾਂ। ਵੱਡਾ ਸਮਰਥਨ ਸਾਨੂੰ ਮਿਲ ਰਿਹਾ ਸੀ, ਪਰ ਮੈਂ ਸਮਝਦਾ ਕੁਝ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਬੰਦੀ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਜਾਣ, ਉਹ ਬਹੁਤ ਛੋਟੀਆਂ ਘਿਨੌਣੀਆਂ ਹਰਕਤਾਂ ਕਰਕੇ ਆ ਬੋਰਡ ਪਾੜਨ ਦੀ, ਬੋਰਡ ਉਤਾਰਨ ਦੀ ਗੰਦੀ ਰਾਜਨੀਤੀ ਕਰ ਰਹੀਆਂ, ਗੰਦੀ ਮਾਨਸਿਕਤਾ ਦਾ ਹਿੱਸਾ ਨੇ ਉਹ। ਮੈਂ ਉਹਨਾਂ ਨੂੰ ਹੱਥ ਜੋੜ ਕੇ ਸਿਨਮਰ ਬੇਨਤੀ ਕਰਨੀ ਚਾਹੁੰਦਾ ਕਿ ਐਸੀ ਮਾਨਸਿਕਤਾ ਨੂੰ ਛੱਡਣਾ ਚਾਹੀਦਾ, ਕਿਉਂਕਿ ਇਹ ਲਹਿਰ ਜਿਹੜੀ ਹੈ ਇਹ ਕੋਈ ਪਾਰਟੀ ਜਾਂ ਨਿੱਜਤਾ ਦੀ ਲਹਿਰ ਨਹੀਂ, ਸਾਡੀ ਜਾਂ ਸਾਡੇ ਪਰਿਵਾਰ ਦੇ ਫਾਇਦੇ ਦੀ ਲਹਿਰ ਨਹੀਂ। ਇਹ ਇੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਕੌਮੀ ਲੜਾਈ ਲੜੀ ਜਾ ਰਹੀ ਹੈ। ਇਹ ਸਾਰੀ ਹਿੰਦੂ, ਸਿੱਖ, ਈਸਾਈ, ਬੋਧੀ, ਪਾਰਸੀ, ਜੈਨੀ ਸਾਰੇ ਧਰਮਾਂ ਦੀ ਮਿਲ ਕੇ ਲੜਾਈ ਲੜੀ ਹੈ, ਇਨਸਾਨੀਅਤ ਦੀ ਲੜਾਈ ਹੈ। ਸੋ ਐਸੇ ਕੰਮ ਕਰਨ ਨਾਲੋਂ ਆਓ ਇਕੱਠੇ ਹੋ ਕੇ ਆਪਾਂ ਯੋਗਦਾਨ ਪਾਈਏ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਅਨਸਰ ਨੇ ਉਹ ਤਾਂ ਅੱਜ ਵੀ ਗੈਂਗਸਟਰ ਜੇਲ੍ਹਾਂ 'ਚ ਬੈਠੇ ਚਿੱਟੇ ਦਾ ਵਪਾਰ ਚਲਾ ਰਿਹਾ, ਕੋਈ ਹਥਿਆਰਾਂ ਦਾ ਵਪਾਰ ਚਲਾ ਰਿਹਾ, ਉਹਨਾਂ ਨੂੰ ਸਮੇਂ-ਸਮੇਂ ਤੇ ਪੈਰੋਲ ਦਿੱਤੀ ਜਾਂਦੀ ਆ। ਜਿਹੜੇ ਕਿ ਸਹੀ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਅੰਦਰ ਕੱਟਦੇ ਹੋਏ ਵੀ ਉਹ ਸਮਾਰਾ ਆਪਣਾ ਗੈਂਗ ਚਲਾ ਰਹੇ ਨੇ, ਤੇ ਜਿਹੜੇ ਇਹ ਆਪਣਾ ਸ਼ਾਂਤਮਈ ਤਰੀਕੇ ਨਾਲ ਸਮਾਜ ਦੇ ਵਿੱਚ ਸਜ਼ਾ ਕੱਟ ਚੁੱਕੇ ਆ,
ਸਹੀ ਤਰੀਕੇ ਨਾਲ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਅਸੀਂ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਤੇ ਉਹਨਾਂ ਤੇ ਪਰਮਾਤਮਾ ਵੱਲੋਂ ਅਸੀਂ ਅਰਦਾਸ ਵੀ ਕਰਦੇ ਹਾਂ ਪਰਮਾਤਮਾ ਨੂੰ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਹੋਣ। ਸਰ ਜਿਨ੍ਹਾਂ ਨੇ ਬੋਰਡ ਪਾੜੇ ਆ ਉਹਨਾਂ ਤੇ ਕੋਈ ਕਾਰਵਾਈ ਕਰਵਾਉਂਗੇ ਜਾਂ ਕਿਸ ਇਦਾਂ ਹੀ ਛੱਡ ਦੋਗੇ? ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ, ਆਏ ਵੀ ਨੇ ਉਹ ਮੌਕੇ ਤੇ, ਵੀ ਜਿਨ੍ਹਾਂ ਨੇ ਵੀ ਇਹ ਜਾਣ ਕੇ ਮਾਹੌਲ ਖਰਾਬ ਕਰਨ ਲਈ ਸਾਜ਼ਿਸ਼ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਘਰਾਂ ਦਾ ਘਾਣ ਕੀਤਾ ਜਾ ਰਿਹਾ। ਇੱਕ ਆਮ ਬੰਦੇ ਲਈ ਕਾਨੂੰਨ ਹੋਰ ਆ, ਬੰਦੀ ਸਿੰਘਾਂ ਦੇ ਲਈ ਕਾਨੂੰਨ ਹੋਰ ਆ। ਜਿਹੜਾ ਰਾਮ ਰਹੀਮ ਜਿਹੜਾ ਬਲਾਤਕਾਰ ਦਾ ਦੋਸ਼ੀ ਹੈ ਉਹਨੂੰ ਪਰੋਲ ਦਿੱਤੀ ਜਾ ਰਹੀ ਹੈ, ਬੰਦੀ ਸਿੰਘਾਂ ਨੂੰ ਪਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ। ਤੇ ਇਸ ਲੜਾਈ ਨੂੰ ਘਰ ਘਰ ਪਹੁੰਚਾਉਣ ਦੇ ਲਈ ਇਹ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਹ ਮੁਹਿੰਮ ਉਸ ਮੁਕਾਮ ਤੱਕ ਪਹੁੰਚੂਗੀ ਜਦੋਂ ਤੱਕ ਅਸੀਂ ਇਹ ਬੰਦੀ ਸਿੰਘ ਰਿਹਾ ਨਹੀਂ ਕਰਾ ਲੈਂਦੇ, ਉਦੋਂ ਤੱਕ ਅਸੀਂ ਚੈਨ ਨਾਲ ਸੁਵਾਂਗੇ ਨਹੀਂ। ਇਹ ਜਨਮ ਤੇ ਮਰਨ ਦੀ ਲੜਾਈ ਹੈ ਜੋ ਅਖੀਰ ਤੱਕ ਅਸੀਂ ਕਾਮਯਾਬ ਕਰਕੇ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤਨਾਮਾ ਟੀਵੀ ਨਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।